ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਾਂ ਸਾਡੇ 10 ਗੁਰੂ ਸਾਹਿਬਾਨ ਦੇ ਉਪਦੇਸ਼ ਜੋ ਲੋਕਾਈ ਨੂੰ ਦਿੱਤੇ, ਉਹਨਾਂ ਬਾਬਤ ਵਿਚਾਰ ਕਰ ਰਹੇ ਸਾਂ ਔਰ ਉਹਨਾਂ ਉਪਦੇਸ਼ਾਂ ਦੇ ਉੱਪਰ ਸਿੱਖਾਂ ਨੇ ਕਿੰਨਾ ਕੁ ਅਮਲ ਕੀਤਾ, ਉਸ ਬਾਬਤ ਵੀ ਗੱਲ ਚੱਲ ਰਹੀ ਹੈ। ਔਰ ਜੋ ਸਿੱਖ ਵਿਦਵਾਨ ਸਮੇਂ-ਸਮੇਂ 'ਤੇ ਹੁੰਦੇ ਹਨ, ਉਹ ਆਪਣਾ ਯੋਗਦਾਨ ਜੋ ਇਸ ਸੰਸਾਰ ਨੂੰ ਗੁਰੂਆਂ ਦੇ ਦੱਸੇ ਉਪਦੇਸ਼ ਨੂੰ ਅੱਗੇ ਲੋਕਾਈ ਵਿੱਚ, ਪ੍ਰਜਾ ਵਿੱਚ ਪ੍ਰਚਾਰਨ ਲਈ ਆਪਣਾ ਆਪਣਾ ਤਰੀਕਾ ਵਰਤਦੇ ਹਨ। ਜੋ ਹਾਲਾਤ ਹੁੰਦੇ ਹਨ, ਕੋਈ ਵਿਦਵਾਨ ਹੀ ਇਹੋ ਜਿਹਾ ਹੁੰਦਾ ਜਿਹੜਾ ਸੱਚ ਦੀ ਕਲਮ ਲੈ ਕੇ ਤੇ ਉਹ ਜੋ ਸਾਡੇ ਗੁਰੂ ਸਾਹਿਬਾਨ ਨੇ ਦਿੱਤੇ ਉਪਦੇਸ਼ ਹਨ ਔਰ ਉਹਨਾਂ ਦੇ ਪੈਰੋਕਾਰ ਕਿੰਨਾ ਕੁ ਇਸ ਉੱਤੇ ਪਹਿਰਾ ਦੇ ਰਹੇ ਹਨ। ਕੋਈ ਵਿਰਲਾ ਹੀ ਆਪਣੀ ਕਲਮ ਤੋਂ ਲਿਖ ਕੇ ਤੇ ਇਹ ਉਪਦੇਸ਼ ਦੇਣ ਦੀ ਕੋਸ਼ਿਸ਼ ਕਰਦਾ, ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦਾ ਕਿ ਆਪਣੇ ਗੁਰੂ ਸਾਹਿਬਾਨਾਂ ਦੇ ਪਾਏ ਹੋਏ ਪੂਰਨਿਆਂ ਉੱਪਰ ਇਸ ਪ੍ਰਜਾ ਨੂੰ, ਉਹਨਾਂ ਦੇ ਪੈਰੋਕਾਰਾਂ ਨੂੰ ਚੱਲਣ ਲਈ ਪ੍ਰੇਰਨਾਦਾਇਕ ਸਰੋਤ ਬਣਦਾ। ਆਪਾਂ ਵਿਚਾਰ ਕਰ ਰਹੇ ਸਾਂ ਗਿਆਨੀ ਦਿੱਤ ਸਿੰਘ ਜੀ ਉਹਨਾਂ ਦੀ ਇੱਕ ਪੁਸਤਕ, ਜਿਹੜੀ ਨਕਲੀ ਸਿੱਖ ਪ੍ਰਬੋਧ ਹੇਠ ਉਹਨਾਂ ਨੇ ਲਿਖੀ ਸੀ। ਨਕਲੀ ਸਿੱਖ ਪ੍ਰਬੋਧ ਦਾ ਮਤਲਬ ਕਿ ਜੋ ਅੱਜ ਦੇ ਸਿੱਖ ਹਨ ਉਹ ਕਿੰਨੇ ਅਸਲੀ ਅਤੇ ਕਿੰਨੇ ਨਕਲੀ ਹਨ। ਭੇਸ ਤੇ ਉਹਨਾਂ ਦੇ ਸਿੱਖਾਂ ਵਾਲੇ ਹਨ, ਪਰ ਗੁਰੂਆਂ ਦੇ ਉਪਦੇਸ਼ ਉੱਤੇ ਕਿੰਨਾ ਖੜੇ ਹਨ, ਉਹਨਾਂ ਦਾ ਮਨੋਰਥ ਦੱਸਣ ਲਈ ਉਹਨਾਂ ਨੇ ਇਸ ਪੁਸਤਕ ਦਾ ਨਾਂ ਹੈ ਨਕਲੀ ਸਿੱਖ ਪ੍ਰਬੋਧ ਰੱਖਿਆ। ਇੱਕ ਆਡੀਓ ਆਪਾਂ ਇਸ ਦੇ ਵਿੱਚ ਪਾ ਚੁੱਕੇ ਹਾਂ, ਜੋ ਗੁਰੂ ਨਾਨਕ ਪਾਤਸ਼ਾਹ ਨੇ ਇਸ ਪੰਥ ਨੂੰ ਤੋਰਿਆ, ਇਸ ਪੰਥ ਦੀ ਨੀਂਹ ਰੱਖੀ, ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਔਰ ਪਰਮਾਤਮਾ ਦੇ ਬਾਰੇ ਜੋ ਉਹਨਾਂ ਨੇ ਉਪਦੇਸ਼ ਦਿੱਤੇ ਹਨ ਕਿ ਸਾਰੀ ਸ੍ਰਿਸ਼ਟੀ ਦਾ ਕਰਤਾ ਉਹ ਅਕਾਲ ਪੁਰਖ ਹੈ, ਉਹੀ ਇਹ ਸਾਰੀ ਸ੍ਰਿਸ਼ਟੀ ਰਚਣ ਵਾਲਾ ਹੈ ਤੇ ਉਸੇ ਦੀ ਹੀ ਉਪਾਸਨਾ ਕਰਨਯੋਗ ਹੈ। ਅੱਗੇ ਜੋ ਆਪਾਂ ਇੱਕ ਆਡੀਓ ਪਾਈ ਹੈ, ਉਸ ਤੋਂ ਅੱਗੇ ਸ਼ੁਰੂ ਕਰਦੇ ਹਾਂ। ਉਹ ਕਹਿ ਰਹੇ ਹਨ ਕਿ ਗੁਰੂ ਜੀ ਨੇ ਆਪਣਾ ਜਿਹੜਾ ਇਹ ਪ੍ਰਕਾਰਤ ਸੀ, ਇਹ ਨਿਰਾ ਪੰਜਾਬ ਅਤੇ ਹਿੰਦੁਸਤਾਨ ਦੇ ਲੋਕਾਂ ਲਈ ਨਹੀਂ ਸੀ। ਉਹਨਾਂ ਨੇ ਸਾਰੇ ਜਗਤ ਵਿੱਚ ਉਸ ਪਰਮਾਤਮਾ ਦੀ ਬੰਦਗੀ ਦਾ ਉਪਦੇਸ਼ ਫੈਲਾਉਣ ਦੀ ਕੋਸ਼ਿਸ਼ ਕੀਤੀ। ਸਾਰਾ ਜੀਵਨ ਉਹਨਾਂ ਨੇ ਇਸੇ ਕੰਮ ਲਈ ਦੇਸ਼ ਵਿਦੇਸ਼ ਵਿੱਚ ਜਾ ਕੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਦੇ ਗੁਣ ਗਾ ਕੇ ਤੇ ਪ੍ਰਜਾ ਨੂੰ ਉਪਦੇਸ਼ ਦਿੱਤਾ, ਤਾਂ ਕਿ ਹਰ ਕੋਈ ਆਦਮੀ ਇਸ ਤੋਂ ਲਾਭ ਉਠਾ ਸਕੇ। ਉਹਨਾਂ ਦਾ ਕੋਈ ਇਹ ਮਤ ਨਹੀਂ, ਸਿਧਾਂਤ ਨਹੀਂ ਸੀ ਕਿ ਉਹਨਾਂ ਨੇ ਆਪਣੇ ਪਿੱਛੇ ਉਹਨਾਂ ਨੂੰ ਲਾਉਣਾ ਸੀ ਜਾਂ ਕਿਸੇ ਨੂੰ ਪੁੱਠੇ ਰਸਤੇ ਲਾਉਣਾ ਸੀ ਜਾਂ ਆਪਣੀ ਪੂਜਾ ਕਰਾਉਣੀ ਸੀ।
ਉਹਨਾਂ ਦਾ ਮਤ ਜਿਹੜਾ ਸੀ, ਪ੍ਰਚਾਰ ਕਰਨ ਦਾ ਤਰੀਕਾ ਜਿਹੜਾ ਸੀ, ਉਸ ਨੂੰ ਹਰ ਜਗ੍ਹਾ ਪਹੁੰਚਾ ਕੇ ਅਤੇ ਸੱਤ ਧਰਮ ਦਾ ਉਪਦੇਸ਼ ਦੇਣ ਦਾ ਉਹਨਾਂ ਦਾ ਪੁਰਖਾਰਥ ਸੀ। ਉਹਨਾਂ ਨੇ ਇਹ ਸਾਬਤ ਵੀ ਕੀਤਾ ਕਿ ਪੁਰਖ ਦੀ ਜਾਤ ਹਿੰਦੂ ਅਤੇ ਮੁਸਲਮਾਨ ਨਹੀਂ ਹੈ, ਕਿਉਂਕਿ ਇਹ ਸਰੀਰ 5 ਤੱਤਾਂ ਦਾ ਬਣਿਆ ਹੋਇਆ। ਇਹ ਜਾਤ ਪਾਤ ਇਹਦੇ ਵਿੱਚ ਕੋਈ ਨਹੀਂ ਆ। ਹਰ ਇੱਕ ਦਾ ਸਰੀਰ ਇੱਕੋ ਜਿਹਾ ਆ, ਤੱਤ ਇੱਕੋ ਜਿਹੇ ਹਨ, ਖੂਨ ਦਾ ਰੰਗ ਇੱਕ ਹੈ, ਜਨਮ ਲੈਣ ਦਾ ਤਰੀਕਾ ਇੱਕ ਹੈ। ਇਸ ਲਈ ਇਸ ਵਿੱਚ ਆਤਮਾ ਦਾ ਨਿਵਾਸ ਉਸ ਪਰਮਾਤਮਾ ਨੇ ਜੋ ਅੰਸ਼ ਆਪਣਾ ਰੱਖਿਆ ਹੈ, ਉਹਦਾ ਉਪਦੇਸ਼ ਦੇਣ ਦਾ ਉਹਨਾਂ ਦਾ ਮਨੋਰਥ ਸੀ। ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੀ ਬਾਣੀ ਵਿੱਚ ਕਥਨ ਕੀਤਾ ਹੈ, ਹਿੰਦੂ ਕਹਾਂ ਜੇ ਮਾਰੀਐ ਮੁਸਲਮਾਨ ਵੀ ਨਾ ਹੈ, ਪੰਜ ਤੱਤ ਕਾ ਪੁਤਲਾ ਖੇਲੈ ਗੈਬੀ ਮਾਹ ਹੈ। ਇਸ ਉਪਦੇਸ਼ ਤੋਂ ਸਿੱਧ ਹੁੰਦਾ ਉਹਨਾਂ ਦਾ ਕਿ ਸੰਸਾਰ ਦੇ ਸਾਰੇ ਹਿੱਸਿਆਂ ਵਿੱਚ ਉਸ ਕੌਮ ਦੇ ਪੈਦਾ ਕਰਨ ਦਾ ਬੀਜ ਬੀਜਿਆ ਸੀ ਜੋ ਹਿੰਦੂ ਮੁਸਲਮਾਨਾਂ ਦੇ ਭੇਦ ਤੋਂ ਬਿਨਾਂ ਅਤੇ ਨਿਰਾਲੀ ਹੋਵੇ। ਇਹਨਾਂ ਉਪਦੇਸ਼ਾਂ ਦੇ ਪ੍ਰਤਾਪ ਕਰਕੇ ਹੀ ਮੁਸਲਮਾਨ ਸ੍ਰੀ ਗੁਰੂ ਨਾਨਕ ਦੇਵ ਨੂੰ ਆਪਣਾ ਪੀਰ ਮੰਨਦੇ ਹਨ। ਅੰਤ ਨੂੰ ਉਹਨਾਂ ਨੇ ਇਸ ਪੰਥ ਪਰ ਇਹ ਪਰਉਪਕਾਰ ਕੀਤਾ ਜੋ ਆਪਣੀ ਜਗ੍ਹਾ ਜਾਂ ਆਪਣੇ ਨਾਮ ਦੇ ਧਨ ਖਜ਼ਾਨਾ ਪੁੱਤਰਾਂ ਦਾ ਮਾਲ ਨਹੀਂ ਕਰਕੇ ਗਏ। ਆਪਣਾ ਜੋ ਉਹਨਾਂ ਦਾ ਧਨ ਖਜ਼ਾਨਾ ਸੀ ਜਾਂ ਅੱਗੋਂ ਗੁਰਿਆਈ ਸੀ, ਉਹਨਾਂ ਨੇ ਆਪਣੀ ਜੋਤ ਜਿਹੜੀ ਸੀ ਉਸ ਪਰਮਾਤਮਾ ਦੀ, ਉਹ ਆਪਣੇ ਪੁੱਤਰਾਂ ਨੂੰ ਗੁਰਿਆਈ ਨਾ ਦੇ ਕੇ ਭਾਈ ਲਹਿਣਾ ਜੀ, ਜੋ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਮ ਨਾਲ ਜਾਣੇ ਗਏ, ਉਹਨਾਂ ਨੂੰ ਅੱਗੇ ਪ੍ਰਚਾਰ ਕਰਨ ਦਾ ਉੱਤਰਾਧਿਕਾਰੀ ਆਪਣਾ ਚੁਣਿਆ। ਇਹ ਉਹਨਾਂ ਦਾ ਜਿਹੜਾ ਮਹਾਤਮ ਸੀ, ਬੜਾ ਉੱਚਾ ਮਹਾਤਮ ਸੀ। ਔਰ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਇਹ ਉਪਦੇਸ਼ ਕੀਤਾ ਕਿ ਅਸੀਂ ਜੋ ਖਾਲਸਾ ਧਰਮ ਦਾ ਬੀਜ ਬੀਜਿਆ ਹੈ, ਤੁਸਾਂ ਇਸ ਨੂੰ ਪਾਣੀ ਦੇਣਾ ਅਤੇ ਰੱਖਿਆ ਕਰਨੀ। ਆਦਿ ਗੁਰੂ ਜੀ ਦੇ ਸਾਰੇ ਜੀਵਨ ਚਰਿੱਤਰ ਦੇ ਵਿਚਾਰ ਕਰਨੇ, ਅਤੇ ਇਹ ਭਾਵ ਸਾਫ਼ ਨਿਕਲਦਾ ਹੈ ਕਿ ਉਹਨਾਂ ਨੇ ਇੱਕ ਅਜਿਹੀ ਕੌਮ ਦੇ ਪੈਦਾ ਕਰਨੇ ਦਾ ਬੀਜ ਬੀਜਿਆ ਸੀ ਜੋ ਦੁਨੀਆ ਦੇ ਸਾਰੇ ਆਦਮੀਆਂ ਜਾਂ ਸਾਰੀਆਂ ਕੌਮਾਂ ਵਿੱਚੋਂ ਇੱਕ ਅਜਿਹੀ ਨਵੀਂ ਕੌਮ ਪੈਦਾ ਹੋ ਜਾਵੇ ਜਿਸ ਦਾ ਤਾਤਪਰ ਸੰਸਾਰ ਵਿੱਚ ਅਕਾਲ ਪੁਰਖ ਦੇ ਸੱਚੇ ਉਪਦੇਸ਼ ਕਰਨ ਦਾ ਹੋਵੇ ਅਤੇ ਜਿਸ ਦੇ ਅਸੂਲ ਉਸ ਦੀ ਸਿਫਤ ਸਲਾਹ ਅਤੇ ਸਾਰਿਆਂ ਵਿੱਚ ਅਮਨ ਅਮਾਨ ਵਾਲਾ ਹੋਵੇ ਅਤੇ ਫੰਡ ਤੋਂ ਰਹਿਤ ਹੋਵੇ। ਭਾਵੇਂ ਤਾਤਪਰ ਸਾਫ਼ ਤੌਰ ਪਰ ਪ੍ਰਗਟ ਨਹੀਂ ਹੁੰਦਾ, ਪਰ ਅੰਤਰਮੁਖੀ ਬਿਰਤੀ ਨਾਲ ਸਾਫ਼ ਪ੍ਰਤੀਤ ਹੋ ਜਾਂਦਾ ਹੈ, ਜਿਸ ਦਾ ਪ੍ਰਕਾਰ ਬੀਜ ਵਿੱਚ ਜਾਂ ਉਸਦੇ ਛੋਟੇ ਅੰਗੂਰ ਵਿੱਚ ਭਾਵੇਂ ਉਹ ਵੱਡੇ ਵੱਡੇ ਟਾਹਣ ਅਤੇ ਫੁੱਲ ਫਲ ਨਹੀਂ ਹਨ, ਪਰ ਵਿਚਾਰ ਕਰਨੇ 'ਤੇ ਉਹ ਸਾਰੀਆਂ ਸ਼ਾਖਾਂ ਪੱਤਰ ਫੁੱਲ ਫਲ ਆਦਿਕ ਉਸਦੇ ਵਿੱਚ ਹੀ ਪ੍ਰਤੀਤ ਹੁੰਦੇ ਹਨ ਅਤੇ ਉਸਦੇ ਬੀਜਣ ਵਾਲਾ ਮਾਲਕ ਜਾਣਦਾ ਹੈ ਕਿ ਸਮਾਂ ਪਾ ਕੇ ਇਸ ਅੰਗੂਰ ਵਿੱਚੋਂ ਇਹ ਸਭੇ ਵਸਤਾਂ ਆਪੇ ਹੀ ਉਤਪਤ ਹੋ ਜਾਣਗੀਆਂ। ਜਿਸ ਤਰ੍ਹਾਂ ਅੰਗੂਰ ਦਾ ਦਾਣਾ ਬੀਜ ਦੇ ਵਿੱਚ ਪ੍ਰਤੱਖ ਨਜ਼ਰ ਨਹੀਂ ਆਉਂਦਾ, ਪਰ ਜੋ ਉਹਨੂੰ ਬੀਜਣ ਵਾਲਾ
ਮਾਲਕ ਆ, ਉਹ ਜਾਣਦਾ ਕਿ ਜਦੋਂ ਇਸ ਬੀਜ ਨੂੰ ਬੀਜਿਆ ਜਾਏਗਾ ਅਤੇ ਇਸ ਵਿੱਚੋਂ ਪੁੱਤ, ਫੁੱਲ, ਪੱਤੇ, ਟਹਿਣੀਆਂ, ਫਲ ਅਤੇ ਫੁੱਲ ਸਭ ਕੁਛ ਪ੍ਰਾਪਤ ਹੋਵੇਗਾ। ਇਹੀ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਗੁਰੂ ਅੰਗਦ ਸਾਹਿਬ ਜੀ ਨੂੰ ਦੇ ਕੇ ਖਾਲਸਾ ਧਰਮ ਦਾ ਉਪਦੇਸ਼ ਕਰਨ ਲਈ, ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਲਈ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ। ਹੁਣ ਉਹ ਆਪਣੀ ਕਰਮ ਤੋਂ ਲਿਖਦੇ ਹਨ, ਦੋਹਰਾ, ਆਪਣੇ ਤਨ ਪਰ ਖੇਦ ਸਹਿ, ਕੀਨੇ ਪਰ ਉਪਕਾਰ, ਪੰਥ ਖਾਲਸਾ ਹੇਤ ਥਾ, ਗੁਰੂ ਨਾਨਕ ਅਵਤਾਰ। ਭਾਈ ਦਿੱਤ ਸਿੰਘ ਜੀ ਕਹਿ ਰਹੇ ਹਨ, ਗਿਆਨੀ ਦਿੱਤ ਸਿੰਘ ਜੀ ਕਹਿ ਰਹੇ ਹਨ ਕਿ ਆਪਣੇ ਤਨ ਪਰ ਖੇਦ ਸਹਿ, ਕੀਨੇ ਪਰ ਉਪਕਾਰ, ਪੰਥ ਖਾਲਸਾ ਹੇਤ ਥਾ, ਗੁਰੂ ਨਾਨਕ ਅਵਤਾਰ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਵੀ ਮਨੋਰਥ ਕੀਨ, ਸੋ ਸਭ ਆਪਣੇ ਹਾਥ ਸੇ, ਗੁਰ ਅੰਗਦ ਕੋ ਦੀਨ। ਉਹ ਉਹਨਾਂ ਨੇ ਆਪਣੇ ਹੱਥੀਂ ਗੁਰੂ ਅੰਗਦ ਦੇਵ ਜੀ ਨੂੰ ਮਨੋਰਥ ਜਿਹੜਾ ਸੀ ਸੌਂਪ ਦਿੱਤਾ। ਗੁਰੂ ਨਾਨਕ ਸਾਹਿਬ ਜੀ ਤੋਂ ਮਗਰੋਂ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਜੀ ਨੇ ਆਦਿ ਗੁਰੂ ਜੀ ਦੇ ਸਿਧਾਂਤ ਨੂੰ ਅੱਛੀ ਤਰ੍ਹਾਂ ਸਮਝ ਲਿਆ। ਉਹਨਾਂ ਦਾ ਸੰਕਲਪ ਜਾਂ ਸੰਸਾਰ ਵਿੱਚ ਆਉਣ ਦਾ ਪ੍ਰਯੋਜਨ ਸੱਤ ਮੱਤ ਦੇ ਪ੍ਰਚਾਰ ਅਤੇ ਇੱਕ ਨਵੀਂ ਕੌਮ ਦੇ ਪੈਦਾ ਕਰਨ ਦਾ ਹੈ ਸੀ। ਇਸ ਪਰ ਉਹਨਾਂ ਨੇ ਵਿਚਾਰ ਕੀਤੀ ਕਿ ਹਰ ਇੱਕ ਦੇਸ਼ ਦੀ ਭਾਸ਼ਾ ਅਤੇ ਉਸਦੇ ਅੱਖਰ ਭਿੰਨ ਭਿੰਨ ਹਨ। ਜੈਸਾ ਕਿ ਬੰਗਾਲ ਦੇਸ਼ ਦੇ ਬੰਗਾਲੀ, ਮਦਰਾਸ ਦੇ ਮਦਰਾਸੀ, ਫਰਾਂਸ ਦੇ ਫਰਾਂਸੀਸੀ, ਅਰਬ ਦੇ ਅਰਬੀ ਪ੍ਰਸਿੱਧ ਹਨ ਅਤੇ ਹਿੰਦੁਸਤਾਨ ਵਿੱਚ ਹਿੰਦੀ ਪ੍ਰਗਟ ਹੈ। ਇਸ 'ਤੇ ਵਰਣਮਾਲਾ ਉਹਨਾਂ ਦੀ ਦੇਸੀ ਜਾਂ ਕੌਮੀ ਵਰਣਮਾਲਾ ਹੈ ਅਤੇ ਉਸ ਭਾਸ਼ਾ ਵਿੱਚ ਉਹਨਾਂ ਦੇ ਧਾਰਮਿਕ ਪੁਸਤਕਾਂ ਦੇ ਰਚੇ ਜਾਣ 'ਤੇ ਉਹ ਧਾਰਮਿਕ ਜਾਂ ਮਜ਼ਹਬੀ ਭਾਸ਼ਾ ਬਣ ਗਈ ਹੈ। ਤਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਾਬ ਵਿੱਚ ਜਨਮ ਲਿੱਤਾ ਅਤੇ ਇਸ ਦੇਸ਼ ਦੀ ਭਾਸ਼ਾ ਵਿੱਚ ਹੀ ਸ਼ਬਦ ਰਚੇ। ਇਸ ਵਾਸਤੇ ਕੋਈ ਵਰਣਮਾਲਾ ਜ਼ਰੂਰੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਸਾਰਾ ਕੁਛ ਆਪਣੇ ਸ਼ਬਦ ਉਚਾਰਨ ਕੀਤੇ ਸਨ ਅਤੇ ਉਸ ਵੇਲੇ ਉਹਨਾਂ ਨੇ ਕਿਹਾ, ਜੋ ਗਿਆਨੀ ਦਿੱਤ ਸਿੰਘ ਜੀ ਮੁਤਾਬਕ, ਕਿ ਇਹ ਵਰਣਮਾਲਾ ਵੀ ਹੋਣੀ ਚਾਹੀਦੀ ਆ ਪੰਜਾਬੀ ਦੀ। ਉਹਨਾਂ ਨੇ 35 ਅੱਖਰਾਂ ਦੀ ਵਰਣਮਾਲਾ, ਜਿਸ ਦਾ ਨਾਮ ਗੁਰਮੁਖੀ ਆਖਦੇ ਹਨ, ਔਰ ਅੱਜ ਕੱਲ੍ਹ ਪੰਜਾਬੀ ਵਰਣਮਾਲਾ ਵੀ ਸੱਦਦੇ ਹਨ, ਉਹ ਗੁਰੂ ਅੰਗਦ ਪਾਤਸ਼ਾਹ ਜੀ ਨੇ ਉਹਨਾਂ ਸ਼ਬਦਾਂ ਵਿੱਚੋਂ 35 ਅੱਖਰ ਲੈ ਕੇ ਗੁਰਮੁਖੀ ਦੀ ਜੋ ਵਰਣਮਾਲਾ ਉਹ ਤਿਆਰ ਕੀਤੀ, ਜਿਸ ਨੂੰ ਅੱਜ ਕੱਲ੍ਹ ਪੰਜਾਬੀ ਵਰਣਮਾਲਾ ਕਿਹਾ ਜਾ ਰਿਹਾ। ਬਹੁਤ ਸੁੰਦਰ ਵਰਣਮਾਲਾ ਉਹਨਾਂ ਨੇ ਰਚੀ। ਗੁਰੂ ਜੀ ਦੇ ਸ਼ਬਦਾਂ ਨੂੰ ਪੂਰੀ ਤਰ੍ਹਾਂ ਆਪਣੇ ਵਿੱਚ ਪੂਰਨ ਕਰੇ, ਇਹਨਾਂ ਦੇ ਸਿਵਾਏ ਉਹਨਾਂ ਨੇ ਆਪਣੀ ਬਾਣੀ ਵੀ ਰਚੀ। ਫਿਰ ਉਹਨਾਂ ਨੇ ਆਪਣੀ ਬਾਣੀ ਵੀ ਰਚੀ ਅਤੇ ਜੋ ਪਹਿਲਾਂ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਰਚੀ ਸੀ, ਸ਼ਬਦ ਉਹੋ ਹੀ ਹਨ, ਪਰ ਉਹਨਾਂ ਨੂੰ ਇੱਕ ਵਰਣਮਾਲਾ ਦੇ ਵਿੱਚ 35 ਅੱਖਰਾਂ ਵਿੱਚ ਪਰੋ ਕੇ ਉਸ ਨੂੰ ਭਾਸ਼ਾ ਦਾ ਨਾਂ ਦਿੱਤਾ, ਗੁਰਮੁਖੀ ਦਾ ਨਾਂ ਦਿੱਤਾ। ਇਹ ਗੁਰੂ ਅੰਗਦ ਪਾਤਸ਼ਾਹ ਜੀ ਨੇ ਕੀਤਾ। ਹੁਣ ਫਿਰ ਉਹਨਾਂ ਨੇ ਇਹ ਜਿਹੜੇ ਜੋ ਸ਼ਬਦ ਲਏ, ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਲਏ ਆ। ਜੋ ਉਹਨਾਂ ਦੇ ਸ਼ਬਦ ਰਚੇ ਹੋਏ ਸਨ, ਜੋ
ਗੁਰਬਾਣੀ ਰਚੀ ਹੋਈ ਉਹ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਗਏ। ਉਹਨਾਂ ਵਿੱਚੋਂ ਹੀ 35 ਅੱਖਰ ਲੈ ਕੇ ਇਹਨੂੰ ਵਰਨਮਾਲਾ ਦਾ, ਗੁਰਮੁਖੀ ਭਾਸ਼ਾ ਦਾ ਨਾਂ ਦਿੱਤਾ। ਗੁਰਮੁਖੀ ਵਰਨਮਾਲਾ ਉਹਨਾਂ ਨੇ ਬਣਾਈ, ਕਿਉਂਕਿ ਸਾਰੀਆਂ ਜੋ ਭਾਸ਼ਾਵਾਂ ਸਨ ਉਹ ਆਪੋ ਆਪਣੇ ਜਗ੍ਹਾ ਦੇ ਮੁਤਾਬਕ, ਦੇਸ਼ਾਂ ਦੇ ਮੁਤਾਬਕ ਸੀ। ਇਹ ਪੰਜਾਬ ਦੀ ਜੋ ਭਾਸ਼ਾ ਗੁਰਮੁਖੀ, ਇਹਨੂੰ ਪੰਜਾਬੀ ਭਾਸ਼ਾ ਗੁਰਮੁਖੀ ਦਾ ਨਾਮ ਗੁਰੂ ਅੰਗਦ ਸਾਹਿਬ ਨੇ ਦੇ ਕੇ ਇੱਕ ਵੱਖਰੀ ਇਹ ਭਾਸ਼ਾ ਦਾ ਜੋ ਸੰਦੇਸ਼ਾ ਗੁਰੂ ਨਾਨਕ ਪਾਤਸ਼ਾਹ ਦਾ ਸੀ ਕਿ ਇਹ ਖਾਲਸਾ ਪੰਥ ਇੱਕ ਵੱਖਰੀ ਕੌਮ ਦੇ ਤੌਰ 'ਤੇ ਜਾਣਿਆ ਜਾਏ, ਉਹਦੇ ਲਈ ਵੱਖਰੀ ਵਰਣਮਾਲਾ ਵੀ ਪੰਜਾਬੀ ਦੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਤਿਆਰ ਕੀਤੀ। ਔਰ ਉਸੇ ਭਾਸ਼ਾ ਵਿੱਚ ਫਿਰ ਉਹਨਾਂ ਨੇ ਬਾਣੀ ਵੀ ਰਚੀ, ਜੋ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਭਾਸ਼ਾ ਵਿੱਚ ਬਾਣੀ ਉਚਾਰ ਰਹੇ। ਉਹਨਾਂ ਦਾ ਮਤਲਬ ਇਹ ਵੀ ਸੀ ਕਿ ਜੋ ਬਾਣੀ ਗੁਰੂ ਨਾਨਕ ਸਾਹਿਬ ਨੇ ਰਚੀ ਆ, ਜਿਸ ਭਾਸ਼ਾ ਵਿੱਚ ਰਚੀ ਆ, ਉਸੇ ਭਾਸ਼ਾ ਵਿੱਚ ਫਿਰ ਦੂਸਰੀ ਪਾਤਸ਼ਾਹੀ ਨੇ ਬਾਣੀ ਰਚੀ। ਅਤੇ ਉਹਨਾਂ ਦਾ ਤਾਤਪਰ ਇਹ ਸੀ ਕਿ ਇਹ ਜੋ ਵਰਣਮਾਲਾ ਉਹਨਾਂ ਨੇ ਤਿਆਰ ਕੀਤੀ, ਇਹ ਇੱਕ ਹੋਰ ਉਹਨਾਂ ਦਾ ਮਨੋਰਥ ਜਿਹੜਾ ਖਾਲਸਾ ਕੌਮ ਨੂੰ ਹੋਰਨਾਂ ਕੌਮਾਂ ਨਾਲੋਂ ਵੱਖਰਾ ਕਰਨ ਦਾ ਉਪਾਅ ਕੀਤਾ। ਉਹਨਾਂ ਨੇ ਇਸ ਨੂੰ ਵੱਖਰਾ ਨਾਮ ਦੇ ਕੇ ਇਸ ਕੌਮ ਨੂੰ ਹੀ ਦੂਸਰੀਆਂ ਕੌਮਾਂ ਨਾਲੋਂ ਜੋ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਦਾ ਸੀ ਵੱਖਰਾ ਕਰਨ ਲਈ ਇੱਕ ਵੱਖਰੀ ਵਰਣਮਾਲਾ ਤਿਆਰ ਕੀਤੀ। ਅਤੇ ਉਸੇ ਵਰਣਮਾਲਾ ਦੇ ਵਿੱਚ ਫਿਰ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਵਾਲੀ ਜੋ ਬਾਣੀ, ਉਸੇ ਭਾਸ਼ਾ ਵਿੱਚ ਬਾਣੀ ਰਚ ਕੇ ਅਤੇ ਵੱਖਰਾ ਵਰਣਮਾਲਾ ਤਿਆਰ ਕਰਕੇ ਇਹਨੂੰ ਹੋਰ ਇੱਕ ਵੱਖਰਾ ਉਹਨਾਂ ਨੇ ਕਦਮ ਚੱਕਿਆ ਕਿ ਇਸ ਨੂੰ, ਇਸ ਕੌਮ ਨੂੰ ਹੀ ਦੂਸਰੀਆਂ ਕੌਮਾਂ ਨਾਲੋਂ ਨਿਖੇਰਿਆ ਜਾਵੇ, ਇਹ ਇੱਕ ਕੌਮ ਵੱਖਰੀ ਕੌਮ ਦੇ ਤੌਰ 'ਤੇ ਸਾਬਤ ਹੋਵੇ। ਹੁਣ ਅੱਗੇ ਉਹ ਆਪਣਾ ਦੋਹਰਾ ਲਿਖ ਰਹੇ ਹਨ। 52 ਤੇ 35 ਕਰੇ ਅੱਖਰ ਧਰਮ ਮਨ ਰੋਪ, ਨਾਮ ਗੁਰਮੁਖੀ ਤੈਂ ਧਰਾ, ਅਮਰ ਦੇਵ ਕੋ ਸੌਂਪ, ਦਇਓ ਤਿਲਕ ਜਿਨ ਹਾਥ ਸੇ, ਅਮਰ ਦੇਵ ਕੋ ਦੇਵ, तीन भय निज रूप में, भाक सगल मन भेव। ये उन्होंने जो रचना रची, जो उन्होंने मनोरथ से उन्होंने पूरा करके तो उन्होंने कार्य संपूर्ण समा संपूर्ण होया, तो उन्होंने तीजी पातशाही गुरु अमरदास जी नूं अपना उत्तराधिकारी नियत किया ते उन्हां नूं अपना मनोरथ दसदे हुए गुरु अमरदास पातशाह जी ने भी अपने जीवन नूं उसी पुरखार्थ विच लाया जिस दा बीज पहली पातशाही ने रखिया अते अंगूर दूसरी पातशाही ने लियांदा। हुण इन्हां ने उस नूं पानी दे के छोटे छोटे अते हरे हरे पत्तर लाए। वो किहड़े पत्तर सन उन्हां बारे ਗਿਆਨੀ ਦੇ ਸਿੰਘ ਜੀ ਦੱਸ ਰਹੇ ਹਨ ਕਿ ਉਹਨਾਂ ਨੇ ਜਿਹੜੇ ਪੱਤਰ ਲਾਏ ਉਹ ਸਨ ਤਪ, ਸਤ, ਸਹਿਨਸ਼ੀਲਤਾ ਅਤੇ ਦਾਨ ਆਦਿਕ ਸ਼ੁਭ ਗੁਣ। ਇਹ ਉਹਨਾਂ ਨੇ ਉਸ ਕੌਮ ਨੂੰ ਪੱਤਰ ਲਾਏ ਛੋਟੇ ਛੋਟੇ। ਅੰਗੂਰ ਜਦੋਂ ਪੌਦੇ 'ਚੋਂ ਫੁੱਟਿਆ ਉਹਦੇ ਜਿਹੜੇ ਪੱਤੇ ਸਨ ਉਹਨਾਂ ਨੂੰ ਜੋ ਵੱਡਾ ਕਰਨ ਦਾ
ਕਾਰਜ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਪਾਤਸ਼ਾਹ ਜੀ ਨੇ ਸੌਂਪਿਆ ਸੀ। ਉਹਨਾਂ ਨੇ ਉਹ ਆਪਣਾ ਕਾਰਜ ਸੰਪੂਰਨ ਕੀਤਾ ਔਰ ਉਹਨਾਂ ਨੇ ਇਹ ਪਹਿਲਾਂ ਆਪ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਾਉਣ ਲਈ ਗੋਇੰਦਵਾਲੋਂ ਦਰਿਆ ਦੇ ਵਿੱਚੋਂ ਨਿਤਨੇਮ ਨਾਲ ਆਪ ਗਾਗਰ ਭਰ ਕੇ ਜਲ ਲਿਆਉਂਦੇ ਅਤੇ ਜਾਂਦੇ ਹੋਏ ਪਿਛਲੀ ਪੈਰੀ ਜਾਂਦੇ ਕਿ ਗੁਰੂ ਜੀ ਵੱਲ ਪਿੱਠ ਨਾ ਹੋਵੇ। ਆਖਦੇ ਹਨ ਇੱਕ ਦਿਨ ਪਾਣੀ ਲਈ ਰਾਤ ਨੂੰ ਚੱਲੇ ਆਉਂਦੇ ਸੀ, ਅੰਧੇਰੇ ਦੇ ਕਾਰਨ ਦੇਖ ਨਾ ਸਕੇ। ਇੱਕ ਜੁਲਾਹੇ ਦੀ ਖੱਡੀ ਵਿੱਚ ਸਣੇ ਗਾਗਰ ਡਿੱਗ ਪਏ। ਜੁਲਾਹੇ ਨੇ ਆਖਿਆ ਕਿ ਇਸ ਵੇਲੇ ਹੋਰ ਕੌਣ ਆਉਣਾ ਹੈ, ਅਮਰੂ ਨਿਥਾਵਾਂ ਹੋਵੇਗਾ। ਇਹ ਸੁਣ ਕੇ ਚੁੱਪ ਰਹੇ ਔਰ ਗਾਗਰ ਲੈ ਕੇ ਫਿਰ ਜਲ ਨੂੰ ਗਏ। ਜਦ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਬਤ ਇਹ ਗੱਲ ਸੁਣੀ ਤਦ ਆਖਿਆ ਕਿ ਇਹ ਨਿਥਾਵਿਆਂ ਦਾ ਥਾਂ ਹੋਵੇਗਾ ਅਤੇ ਨਿਆਸਰਿਆਂ ਦਾ ਆਸਰਾ ਹੋਵੇਗਾ। ਇਸ 'ਤੇ ਵੱਧ ਕੇ ਹੋਰ ਤਪ ਕੀ ਹੋ ਸਕਦਾ ਹੈ। ਦੂਸਰਾ ਸੱਤ ਉਹਨਾਂ ਨੇ ਅਜਿਹਾ ਪਾਲਿਆ ਜੋ ਵੱਡੀਆਂ ਤਕਲੀਫਾਂ ਵਿੱਚ ਵੀ ਆਪਣੇ ਪ੍ਰਣ ਨੂੰ ਨਹੀਂ ਤਿਆਗਿਆ। ਤੀਸਰਾ ਜਿਹੜਾ ਉਹਨਾਂ ਨੇ ਪ੍ਰਣ ਕੀਤਾ ਕਿ ਉਹਨਾਂ ਨੇ ਸਾਰੀ ਉਮਰ ਮਿਹਨਤ ਕਰਕੇ ਆਪਣੇ ਹੱਥੀਂ ਮਿਹਨਤ ਕਰਕੇ ਭੋਜਨ ਖਾਧਾ। ਜੋ ਪੂਜਾ ਦਾ ਪੈਸਾ ਆਉਂਦਾ ਸੀ ਉਹ ਉਸ ਨੂੰ ਅੰਗੀਕਾਰ ਨਹੀਂ ਕਰਦੇ ਸਨ। ਉਹਦਾ ਸੰਗਤ ਵਿੱਚ ਲੰਗਰ ਜਿਹੜਾ ਲਾਇਆ ਜਾਂਦਾ ਸੀ, ਉਹਨਾਂ ਦੇ ਭੰਡਾਰ ਵਿੱਚ ਕੋਈ ਫਰਕ ਨਹੀਂ ਸੀ। ਸਾਰੇ ਇੱਕੋ ਜਗ੍ਹਾ ਬੈਠ ਕੇ ਛਕਦੇ, ਭਾਵੇਂ ਕੋਈ ਅਮੀਰ ਹੋਵੇ ਭਾਵੇਂ ਗਰੀਬ, ਕੋਈ ਜਾਤ ਪਾਤ ਦਾ ਭੇਦ ਨਹੀਂ ਸੀ। ਸੋ ਉਹਨਾਂ ਨੇ ਜਿਹੜਾ ਅਗਲਾ ਪੌਦੇ ਨੂੰ ਵੱਡਾ ਕਰਨ ਦਾ ਯਤਨ ਕੀਤਾ ਉਹ ਇਹ ਕਿ ਉਹਨਾਂ ਨੇ ਲੰਗਰ ਦੀ ਪ੍ਰਥਾ ਚਲਾਈ ਅਤੇ ਲੰਗਰ ਵਿੱਚ ਸਾਰਿਆਂ ਨੂੰ ਇੱਕ ਜਗ੍ਹਾ ਬਿਠਾ ਕੇ ਪ੍ਰਸ਼ਾਦਾ ਛਕਾਇਆ। ਜਾਤ ਪਾਤ ਦਾ ਭੇਦ ਭਾਵ ਮਿਟਾਉਣ ਦੀ ਜਿਹੜੀ ਇਹ ਪ੍ਰਥਾ ਚਲਾਈ। ਆਪ ਉਹਨਾਂ ਨੇ ਸਾਰੀ ਉਮਰ ਆਪਣੇ ਹੱਥੀਂ ਮਿਹਨਤ ਕਰਕੇ ਭੋਜਨ ਜਿਹੜਾ ਖਾਧਾ ਅਤੇ ਸੰਗਤਾਂ ਦੇ ਵਿੱਚ ਲੰਗਰ ਦੀ ਪ੍ਰਥਾ ਚਲਾ ਕੇ ਭੇਦ ਭਾਵ ਨੂੰ ਖਤਮ ਕੀਤਾ। ਇੱਕੋ ਜਿਹਾ ਪ੍ਰਸ਼ਾਦਾ ਹਰ ਇੱਕ ਨੂੰ ਛਕਾਇਆ, ਇੱਕ ਹੀ ਪੰਗਤ ਵਿੱਚ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ। ਉਹਨਾਂ ਨੇ ਇੱਕ ਪ੍ਰਥਾ ਚਲਾਈ ਕਿ ਜੋ ਵੀ ਸਾਡੇ ਦਰਸ਼ਨ ਕਰਨ ਨੂੰ ਆਵੇ ਪਹਿਲਾਂ ਉਹ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ ਫਿਰ ਸਾਡੇ ਦਰਸ਼ਨਾਂ ਨੂੰ ਆਵੇ। ਔਰ ਇਸ ਗੱਲ ਉੱਤੇ ਉਹਨਾਂ ਨੇ ਪੂਰਾ ਨਿਯਮ ਬਣਾਇਆ। ਕੋਈ ਅਮੀਰ ਗਰੀਬ ਕੋਈ ਵੀ ਆਵੇ, ਉਹਨਾਂ ਨੂੰ ਪਹਿਲਾਂ ਪ੍ਰਸ਼ਾਦਾ ਛਕਣ ਦਾ ਹੁਕਮ ਸੀ, ਫਿਰ ਦਰਸ਼ਨ ਆਉਣ ਲਈ ਹੁਕਮ ਸੀ। ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਇਹ ਜੋ ਇੱਕ ਪ੍ਰਣ ਕੀਤਾ ਸੀ ਉਸ ਨੂੰ ਪੂਰਾ ਕਰਕੇ ਦਿਖਾਇਆ। ਫਿਰ ਉਹਨਾਂ ਨੇ ਇੱਕ ਹੋਰ ਜੋ ਬੜਾ ਜੀਵਨ ਵਿੱਚ ਉਹਨਾਂ ਦੇ ਜੀਵਨ ਵਿੱਚ ਜੀਵਨ ਚਰਿੱਤਰ ਵਿੱਚ ਕਥਨ ਹੈ ਕਿ ਜਦੋਂ ਉਹਨਾਂ ਦੀ ਲੜਕੀ ਜਿਸ ਦਾ ਨਾਮ ਬੀਬੀ ਭਾਨੀ ਸੀ ਜਵਾਨ ਹੋਈ ਤਦ ਗੁਰੂ ਜੀ ਦੇ ਘਰੋਂ ਜੋ ਮਾਤਾ ਜੀ ਸਨ ਉਹਨਾਂ ਨੇ ਆਖਿਆ ਕਿ ਹੁਣ ਆਪਣੀ ਕੰਨਿਆ ਵਿਆਹੁਣ ਦੇ ਯੋਗ ਹੋ ਗਈ ਹੈ, ਇਹਦੇ ਲਈ ਵਰ ਢੂੰਡਣਾ ਚਾਹੀਦਾ। ਅਤੇ ਇਸ ਪਰ ਇੱਕ ਦਿਨ ਹੁਕਮ ਦਿੱਤਾ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਕਰ ਲਓ। ਆਪਣੀ ਪਤਨੀ ਨੂੰ ਉਹਨਾਂ ਨੇ ਆਪਣੇ ਮਹਿਲਾ ਨੂੰ ਕਿਹਾ ਕਿ ਜੋ ਤੁਹਾਡਾ ਮਨ ਵਿੱਚ ਆਉਂਦਾ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ। ਮਾਤਾ ਜੀ ਨੇ ਇੱਕ ਸੇਵਕ ਨੂੰ ਬੁਲਾਇਆ ਅਤੇ ਆਖਿਆ ਕਿ ਭਾਈ ਤੂੰ ਕਿਤੇ ਚੰਗੇ ਘਰ ਦਾ ਵਰ ਸਾਡੀ ਲੜਕੀ ਲਈ ਵੇਖ ਅਤੇ ਅਸੀਂ ਇਹਦੀ ਕੁੜਮਾਈ ਕਰ ਦਈਏ। ਉਹ ਸੇਵਕ 7 ਵਚਨ ਕਹਿ ਕੇ ਘਰ ਤੋਂ ਬਾਹਰ ਆਇਆ ਅਤੇ ਅੱਗੇ ਕਿਆ ਦੇਖਦਾ ਹੈ ਕਿ ਗੁਰੂ ਜੀ ਬੈਠੇ ਹਨ ਔਰ ਪਾਸ ਹੀ ਦਰਵਾਜ਼ੇ ਦੇ ਇੱਕ ਲੜਕਾ ਬੈਠਾ
ਘੁੰਗਣੀਆਂ ਵੇਚ ਰਿਹਾ ਹੈ। ਜਦ ਉਹ ਆਦਮੀ ਗੁਰੂ ਜੀ ਨੂੰ ਨਮਸਕਾਰ ਕਰਕੇ ਅੱਗੇ ਨੂੰ ਜਾਣ ਲੱਗਾ, ਤਦ ਅੰਦਰੋਂ ਮਾਤਾ ਜੀ ਨੇ ਆਵਾਜ਼ ਦਿੱਤੀ ਕਿ ਭਾਈ ਲੜਕਾ ਅੱਛਾ ਟੋਲੀ। ਅਤੇ ਉਸ ਸਿੱਖ ਨੇ ਕਿਹਾ, ਹਾਂਜੀ ਦੱਸੋ ਕਿਹੋ ਜਿਹਾ ਲੜਕਾ ਹੋਣਾ ਚਾਹੀਦਾ। ਇਸ ਪਰ ਮਾਤਾ ਜੀ ਨੇ ਉਸ ਘੁੰਗਣੀਆਂ ਵੇਚਣ ਵਾਲੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਲੜਕਾ ਇਹੋ ਜਿਹਾ ਹੋਣਾ ਚਾਹੀਦਾ। ਇਹ ਜਦ ਗੱਲ ਗੁਰੂ ਜੀ ਨੇ ਸੁਣੀ ਤਾਂ ਉਹਨਾਂ ਨੇ ਸੇਵਕ ਨੂੰ ਆਵਾਜ਼ ਮਾਰੀ ਕਿ ਪਿੱਛੇ ਮੁੜ, ਅਤੇ ਉਹਨਾਂ ਨੇ ਕਿਹਾ ਕਿ ਭਾਈ ਇਹੋ ਜਿਹਾ ਤਾਂ ਇਹੋ ਹੈ, ਹੁਣ ਤੂੰ ਹੋਰ ਕਿੱਥੋਂ ਲੱਭੇਂਗਾ। ਬਸ ਜੋ ਹੋਣਾ ਸੀ ਉਹ ਹੋ ਗਿਆ ਹੈ, ਸਾਡੀ ਕੰਨਿਆ ਲਈ ਵਰ ਮਿਲ ਗਿਆ ਹੈ। ਜਿਸ ਪਰ ਉਸ ਬਾਲਕ ਨੂੰ ਪਾਸ ਬੁਲਾ ਕੇ ਪੁੱਛਿਆ ਕਿ ਬਾਲਕ ਤੇਰਾ ਨਾਮ ਕਿਆ ਹੈ। ਉਸ ਨੇ ਆਖਿਆ ਮੇਰਾ ਨਾਮ ਰਾਮਦਾਸ ਹੈ। ਇਸ ਬਾਤ ਨੂੰ ਸੁਣ ਕੇ ਗੁਰੂ ਜੀ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਹੇ ਪਰਮੇਸ਼ਰ, ਆਪ ਨੇ ਮੇਰੀ ਲੱਜਿਆ ਰੱਖੀ ਹੈ, ਕਿਉਂਕਿ ਇਹ ਜੋਗ ਵਰ ਦਿੱਤਾ ਹੈ। ਨਹੀਂ ਮੇਰਾ ਪ੍ਰਣ ਤਾਂ ਇਹ ਸੀ ਕਿ ਇਹ ਕੰਨਿਆ ਐਸੀ ਬਾਲਕ ਦਾ ਹੱਕ ਹੋ ਚੁੱਕੀ ਹੈ। ਸੋ ਜੋ ਇਹ ਬਾਲਕ ਜੋਗ ਨਾ ਹੁੰਦਾ ਤਾਂ ਕੰਨਿਆ ਨੂੰ ਦੁੱਖ ਸਾਨੂੰ ਵਖੇਪ ਹੁੰਦਾ ਅਤੇ ਜਗਤ ਦੇ ਜੀਵ ਪੈ ਬਕਵਾਸ ਕਰਦੇ। ਇੱਥੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਕਿ ਜੋ ਬੱਚੇ ਦਾ ਨਾਮ ਰਾਮਦਾਸ, ਉਸ ਪਰਮਾਤਮਾ ਦਾ ਦਾਸ, ਦੇਖੋ ਬੱਚੇ ਦਾ ਨਾਮ ਹੀ ਰਾਮਦਾਸ, ਜੋ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਗਏ। ਹੁਣ ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਅੱਗੇ ਆਪਾਂ ਗਿਆਨੀ ਦਿੱਤ ਸਿੰਘ ਹੁਣਾਂ ਨੇ ਜੋ ਆਪਣੀ ਕਿਤਾਬ ਵਿੱਚ ਬਚਨ ਲਿਖੇ ਹਨ, ਆਪਣੀ ਕਲਮ ਤੋਂ ਉਹਨਾਂ ਨੇ ਜੋ ਲਿਖਿਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਇਹ ਮੇਰਾ ਮਨੋਰਥ ਇਹ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਉਪਦੇਸ਼ ਕੀ ਦਿੱਤੇ ਸਨ ਅਤੇ ਅਸੀਂ ਉਹਨਾਂ ਉਪਦੇਸ਼ਾਂ ਦੇ ਉੱਪਰ ਕਿੱਥੇ ਖੜ੍ਹੇ ਹਾਂ। ਕੀ ਅੱਜ ਕੱਲ੍ਹ ਦੇ ਸਿੱਖ ਉਹਨਾਂ ਉਪਕਾਰਾਂ ਨੂੰ ਸਮਝ ਰਹੇ ਹਨ। ਇਹੀ ਮਨੋਰਥ ਸੰਗਤਾਂ ਵਿੱਚ ਵਿਚਾਰ ਸਾਂਝੇ ਕਰਨ ਲਈ ਆਡੀਓ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਹੋ ਸਕਦਾ ਤੁਹਾਨੂੰ ਪਸੰਦ ਆਵੇ, ਕੋਈ ਲਫ਼ਜ਼ ਨਾ ਪਸੰਦ ਆਵੇ ਤਾਂ ਭੁੱਲਾਂ ਬਖਸ਼ ਦੇਣੀਆਂ। ਇਸ ਵੀਡੀਓ ਨੂੰ ਸੁਣ ਕੇ ਗੁਰੂ ਪਾਤਸ਼ਾਹ ਦੇ ਉਪਦੇਸ਼ ਆਪਣੇ ਜੀਵਨ ਵਿੱਚ ਧਾਰਨ ਦੀ ਕੋਸ਼ਿਸ਼ ਕਰੀਏ ਅਤੇ ਉਪਦੇਸ਼ ਉਹਨਾਂ ਦਾ ਸਾਰੇ ਸੰਸਾਰ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰੀਏ ਅਤੇ ਆਪਸ ਵਿੱਚ ਰਲ ਮਿਲ ਬੈਠ ਕੇ ਗੁਰੂਆਂ ਦੇ ਦੱਸੇ ਉਪਦੇਸ਼ ਨੂੰ ਅੱਗੇ ਤੋਰੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।